ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੇ ਐਤਵਾਰ ਦਾ ਦਿਨ ਹੈ, ਪਰ ਸਾਡਾ ਪੱਤਰਕਾਰਾਂ ਦਾ ਕਾਹਦਾ ਐਤਵਾਰ ਕਾਹਦਾ ਸੋਮਵਾਰ। ਤੇ ਪੰਨੂ ਸਾਹਿਬ ਨੂੰ ਅੱਜ ਵੀ ਅਸੀਂ ਪਿਆਰ ਸਹਿਤ ਸੱਦਾ ਦਿੱਤਾ ਹੈ ਤੇ ਹਾਕ ਇੱਕ ਪੰਨੂ ਸਾਹਿਬ ਨੂੰ ਮਾਰ ਲਈਏ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ ਆਨੰਦਪ੍ਰੀਤ ਜੀ, ਸ਼ੁਕਰੀਆ ਜੀ। ਪੰਨੂ ਸਾਹਿਬ, ਜੇ ਖਬਰਾਂ ਦੀ ਵਿਸਥਾਰ ਕਰੀਏ, ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਪਿੰਡਾਂ ਦੇ ਵਿੱਚ ਅਕਸਰ ਸ਼ਰੀਕੇਬਾਜ਼ੀ ਦੇ ਮਿਹਣੋ ਮਿਹਣੀ ਇਹ ਆਪਾਂ ਅਕਸਰ ਸੁਣਦੇ ਸੀਗੇ, ਪਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਬੜਾ ਖੂਬਸੂਰਤ ਸ਼ਹਿਰ ਹੈ, ਇੱਥੋਂ ਵੀ ਜਿਹੜੀ ਪੰਜਾਬ ਸਰਕਾਰ ਹੈ ਤੇ ਗਵਰਨਰ ਸਾਹਿਬ ਮਿਹਣੋ ਮਿਹਣੀ 'ਚ ਨੇ। ਆਖਰ ਕਿਉਂ? ਤਜਰਬਾ ਤੁਹਾਡਾ ਬਹੁਤ ਵੱਡਾ, ਕਿ ਇਤਿਹਾਸ ਦੇ ਵਿੱਚ ਵੀ ਇਸ ਤਰੀਕੇ ਨਾਲ ਚੱਲਦਾ ਰਿਹਾ? ਕਿਉਂਕਿ ਅਸੀਂ ਤਾਂ ਇਹਨੂੰ ਪਹਿਲੀ ਵਾਰ ਦੇਖ ਰਹੇ ਹਾਂ ਆਪਣੀ ਜ਼ਿੰਦਗੀ 'ਚ। ਕੀ ਕਹਿਣਾ ਚਾਹੋਗੇ? ਪਹਿਲਾਂ ਵੀ ਕਦੇ ਕਦੇ ਹੋ ਜਾਂਦਾ ਰਿਹਾ ਜੀ, ਪਰ ਜਿਹੜੀ ਸਿਚੁਏਸ਼ਨ ਕੱਲ੍ਹ ਆਈ ਆ ਉੱਦਾਂ ਦੀ ਸ਼ਾਇਦ ਅੱਗੇ ਨਹੀਂ ਸੀ ਆਈ। ਪਹਿਲਾਂ ਵੀ ਮਿਹਣੇ ਗਵਰਨਰ ਤੇ ਮੁੱਖ ਮੰਤਰੀ ਆਪੋ 'ਚ ਭਿੜਦੇ ਰਹੇ। ਕਈ ਮੌਕੇ ਇਹੋ ਜਿਹੇ ਆਏ ਜਦੋਂ ਗਵਰਨਰ ਜਾਣਬੁੱਝ ਕੇ ਉਹ ਲਾਇਆ ਗਿਆ ਜਿਹੜਾ ਰਾਜ ਸਰਕਾਰ ਨੂੰ ਚੱਲਣ ਨਾ ਦੇਵੇ। ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਵੇਲੇ ਕਾਂਗਰਸੀ ਮੁੱਖ ਮੰਤਰੀ ਉੱਥੋਂ ਪੱਛਮੀ ਬੰਗਾਲ ਤੋਂ ਲਿਆ ਕੇ ਤੇ ਇੱਥੇ ਗਵਰਨਰ ਲਾਇਆ ਗਿਆ। ਸਾਬਕਾ ਮੁੱਖ ਮੰਤਰੀ ਸੀ ਉੱਥੋਂ ਦਾ, ਉਹਨੂੰ ਲਾਇਆ ਇਸ ਕਰਕੇ ਗਿਆ ਸੀ ਕਿ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਨੂੰ ਕਾਬੂ 'ਚ ਰੱਖਣਾ ਜੀ। ਉਹਦੇ ਵਕਤ ਵੀ ਅਸੀਂ ਬਥੇਰਾ ਕੁਝ ਹੁੰਦਾ ਵੇਖਿਆ ਸੀ। ਅੱਜ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ ਖਿੱਚੋਤਾਣ ਚੱਲਦੀ ਪਈ ਹੈ ਕਈਆਂ ਗੱਲਾਂ 'ਤੇ। ਪਿੱਛੇ ਜੇ ਵਿਧਾਨ ਸਭਾ ਸੈਸ਼ਨ ਸਦਨ ਦੇ ਉੱਤੇ ਵੀ ਲੜਾਈ ਹੋਈ, ਭਾਵੇਂ ਚਿੱਠੀਆਂ ਦੀ ਹੋਈ ਭਾਵੇਂ ਬਿਆਨਾਂ ਦੀ ਹੋਈ। ਇੱਕ ਸਟੇਜ 'ਤੇ ਗਵਰਨਰ ਸਾਹਿਬ ਨੇ ਕਹਿ ਦਿੱਤਾ ਸੀ ਕਿ ਭਗਵੰਤ ਮਾਨ ਜੀ ਵਗੈਰਾ ਚਿੱਠੀ ਲਿਖਤੀ ਸੀ, ਤੁਸੀਂ ਮੇਰੇ ਨਾਲ ਨਾਰਾਜ਼ ਜਾਪਦੇ ਹੋ, ਅਖਬਾਰਾਂ ਦੇ ਬਿਆਨਾਂ ਤੋਂ ਪਤਾ ਲੱਗਾ। ਉਹ ਨਾਰਾਜ਼ ਜਾਪਦੇ ਹੋ ਜਾਂ ਤੁਸੀਂ ਨਾਰਾਜ਼ ਜਾਪਦੇ ਹੋ, ਹੈ ਤਾਂ ਕੁਝ ਨਾ ਕੁਝ ਹੈ, ਸਾਰੇ ਲੋਕਾਂ ਨੂੰ ਪਤਾ ਕੁਝ ਹੈ ਜ਼ਰੂਰ ਹੈ। ਹੁਣ ਨਵੀਂ ਗੱਲ ਇਹ ਹੈ ਕਿ ਕੱਲ੍ਹ ਚੰਡੀਗੜ੍ਹ 'ਚ ਏਅਰ ਸ਼ੋਅ ਹੋਣਾ ਸੀ। ਉਹ ਕਰਾਉਣਾ ਸੀ ਇੰਡੀਅਨ ਏਅਰ ਫੋਰਸ ਨੇ, ਤੇ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਉੱਥੇ ਆ ਰਹੇ ਸਨ ਜੀ। ਇਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਨਹੀਂ ਸੀ ਤੇ ਉਹ ਗੁਜਰਾਤ ਚਲੇ ਗਏ। ਉਹਨਾਂ ਨੇ ਆਪਣੀ ਥਾਂ 'ਤੇ ਸੀਨੀਅਰ ਮੰਤਰੀ ਅਮਨ ਅਰੋੜਾ ਨੂੰ ਤੇ 4 ਹੋਰ ਮੰਤਰੀਆਂ ਨੂੰ ਭੇਜ ਦਿੱਤਾ। ਚਲੇ ਗਏ, ਸਵਾਗਤ ਕੀਤਾ। ਹੁਣ ਇਸ ਗੱਲ ਨੂੰ ਮੁੱਦਾ ਬਣਾ ਲਿਆ। ਸਾਡੇ ਗਵਰਨਰ ਸਾਹਿਬ ਨੇ ਕਹਿ ਦਿੱਤਾ ਕਿ ਮੁੱਖ ਮੰਤਰੀ ਇੱਥੇ ਨਹੀਂ। ਮੁੱਖ ਮੰਤਰੀ ਦਾ ਕਹਿਣਾ ਇਹ ਹੈ ਕਿ ਗੁਜਰਾਤ 'ਚ ਰੈਲੀਆਂ ਪਹਿਲਾਂ ਰੱਖੀਆਂ ਨੇ, ਮੇਰੇ ਰੱਖੇ ਪ੍ਰੋਗਰਾਮ, ਇਸ ਮੌਕੇ ਮੈਂ ਰੱਦ ਨਹੀਂ ਕਰ ਸਕਦਾ। ਇਹੋ ਜਿਹਾ ਰੋਡ ਸ਼ੋਅ ਦਾ ਜਿਹੜਾ ਏਅਰ ਸ਼ੋਅ ਦਾ ਪ੍ਰੋਗਰਾਮ ਸੀ, ਰਾਤੋਂ ਰਾਤ ਤਾਂ ਬਣਿਆ ਨਹੀਂ। ਜੇ 15-20 ਦਿਨ ਦਾ ਪਹਿਲਾਂ ਬਣਿਆ ਸੀ ਤੇ ਉਦੋਂ ਦਾ ਮੁੱਖ ਮੰਤਰੀ ਨੂੰ ਦੱਸਿਆ ਹੁੰਦਾ ਤੇ ਉਹ ਇਸ ਤਰ੍ਹਾਂ ਦਾ ਪ੍ਰੋਗਰਾਮ ਨਾ ਰੱਖਦੇ ਜੀ। ਜੇ ਰੱਖਿਆ ਗਿਆ ਤੇ ਉਹਨਾਂ ਨੇ ਆਪਣੇ ਸੀਨੀਅਰ ਮੰਤਰੀ ਭੇਜਤੇ। ਪ੍ਰੋਟੋਕੋਲ 'ਚ ਇੱਕ ਕਿਤੇ ਨਹੀਂ ਲਿਖਿਆ ਕਿ ਮੁੱਖ ਮੰਤਰੀ ਦਾ ਉੱਥੇ ਹੋਣਾ ਜ਼ਰੂਰੀ ਹੈ ਜੀ। ਇਹ ਲਿਖਿਆ ਕਿ ਜੇ ਮੁੱਖ ਮੰਤਰੀ ਆਪਣੀ ਸਟੇਟ ਵਿੱਚ ਹੋਵੇ ਤੇ ਉੱਥੇ ਉਹ ਗਵਰਨਰ ਦੇ ਸਵਾਗਤ ਵੇਲੇ ਜਦੋਂ ਜਾਵੇ ਤੇ ਰਾਸ਼ਟਰਪਤੀ ਦੇ ਸਵਾਗਤ ਵੇਲੇ ਜਾਵੇ ਤੇ ਗਵਰਨਰ ਤੋਂ ਬਾਅਦ ਉਹਨੂੰ ਬੈਠਣ ਦੀ ਸੀਟ ਮਿਲੇਗੀ। ਹੁਣ ਜਿਹੜਾ ਚੰਡੀਗੜ੍ਹ ਹੈ, ਚੰਡੀਗੜ੍ਹ ਹਰਿਆਣੇ ਦਾ ਵੀ ਆ, ਪੰਜਾਬ ਦਾ ਵੀ ਆ, ਪਰ ਉਹ ਅਸਲ ਵਿੱਚ ਯੂਨੀਅਨ ਟੈਰੀਟਰੀ ਆ। ਉਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਇੰਨੇ ਮਾਅਨੇ ਨਹੀਂ ਰੱਖਦਾ। ਇਹਦੇ ਨਾਲ ਜੁੜਦੀ ਗੱਲ ਦੂਸਰੀ ਹੈ ਕਿ ਹਰਿਆਣੇ ਵਾਲਿਆਂ ਨੇ ਇਹ ਗੱਲ ਦਾ ਇਤਰਾਜ਼ ਕੀਤਾ ਕਿ ਪੰਜਾਬ ਦੇ ਗਵਰਨਰ ਸਾਹਿਬ ਤਾਂ ਰਾਸ਼ਟਰਪਤੀ ਦੇ ਬਿਲਕੁਲ ਨਾਲ ਬਿਠਾਏ ਗਏ ਤੇ ਸਾਡੇ ਹਰਿਆਣੇ ਦੇ ਗਵਰਨਰ ਨੂੰ ਏਅਰ ਚੀਫ ਮਾਰਸ਼ਲ ਤੇ ਉਹਨਾਂ ਦੀ ਪਤਨੀ ਤੋਂ ਬਾਅਦ ਬਿਠਾਇਆ ਗਿਆ। ਇਹ ਪ੍ਰੋਟੋਕਾਲ ਦੇ ਵਿੱਚ ਵਿਤਕਰਾ ਕੀਤਾ ਗਿਆ। ਉਹਨਾਂ ਨੂੰ ਇਹ ਨਹੀਂ ਪਤਾ, ਪ੍ਰੋਟੋਕਾਲ ਮੈਂ ਵੀ ਪੜ੍ਹਿਆ, ਉਹਦੇ 'ਚ ਇਹ ਹੈ ਕਿ ਗਵਰਨਰ ਜਦੋਂ ਆਪਣੀ ਸਟੇਟ 'ਚ ਹੋਵੇ ਤੇ ਉਹਦੀ ਪੋਜੀਸ਼ਨ ਹੋਰ ਹੁੰਦੀ ਹੈ, ਜਦੋਂ ਆਪਣੀ ਸਟੇਟ ਤੋਂ ਬਾਹਰ ਹੋਵੇ ਤੇ ਉਹਦੀ ਪੋਜੀਸ਼ਨ ਹੋਰ ਹੁੰਦੀ ਹੈ। ਇਸ ਵੇਲੇ ਦੀ ਸੰਵਿਧਾਨਕ ਪੋਜੀਸ਼ਨ ਇਹ ਹੈ ਕਿ ਜਿਹੜਾ ਪੰਜਾਬ ਦਾ ਗਵਰਨਰ ਹੈ, ਪੰਜਾਬ ਦਾ ਗਵਰਨਰ ਹੋਣ ਦੇ ਨਾਲ ਨਾਲ ਉਹ ਜਿਹੜਾ ਚੰਡੀਗੜ੍ਹ ਦਾ ਚੀਫ ਐਡਮਿਨਿਸਟ੍ਰੇਟਰ ਵੀ ਆ। ਜਦੋਂ ਚੰਡੀਗੜ੍ਹ 'ਚ ਸਮਾਗਮ ਹੋ ਰਿਹਾ ਤੇ ਚੰਡੀਗੜ੍ਹ ਦੇ ਚੀਫ ਐਡਮਿਨਿਸਟ੍ਰੇਟਰ ਦੇ ਤੌਰ 'ਤੇ ਪੰਜਾਬ ਦਾ ਗਵਰਨਰ ਪੰਜਾਬ ਦੇ ਗਵਰਨਰ ਦੇ ਤੌਰ 'ਤੇ ਨਹੀਂ, ਚੰਡੀਗੜ੍ਹ ਦੇ ਵਿੱਚ ਸਮਾਗਮ ਹੁੰਦਾ ਹੋਣ ਕਰਕੇ ਚੰਡੀਗੜ੍ਹ ਦੇ ਚੀਫ ਐਡਮਿਨਿਸਟ੍ਰੇਟਰ ਦੇ ਤੌਰ 'ਤੇ ਬਨਵਾਰੀ ਲਾਲ ਪੁਰੋਹਿਤ ਨੇ ਰਾਸ਼ਟਰਪਤੀ ਦੇ ਨਾਲ ਹੀ ਬਹਿਣਾ ਸੀ। ਉਹਦੇ ਬਾਅਦ ਦੂਸਰੇ ਪਾਸੇ ਕਿਉਂਕਿ ਇਹ ਸ਼ੋਅ ਏਅਰ ਫੋਰਸ ਦੇ ਚੀਫ ਨੇ ਬਹਿਣਾ ਸੀ, ਉਹਨਾਂ ਤੋਂ ਬਾਅਦ ਹੀ ਵਾਰੀ ਹਰਿਆਣੇ ਦੇ ਗਵਰਨਰ ਦੀ ਆ ਸਕਦੀ ਸੀ। ਹਰਿਆਣੇ ਦਾ ਗਵਰਨਰ ਆਪਣੀ ਸਟੇਟ ਦੇ ਵਿੱਚ ਵਾਕਿਆ ਹੀ ਸੀਨੀਅਰ ਹੁੰਦਾ, ਪਰ ਚੰਡੀਗੜ੍ਹ ਉਹਦੀ ਆਪਣੀ ਸਟੇਟ ਨਹੀਂ, ਔਰ ਚੰਡੀਗੜ੍ਹ ਦੇ ਵਿੱਚ ਉਹਦਾ ਉਹ ਦਰਜਾ ਨਹੀਂ ਜਿਹੜਾ ਪੰਜਾਬ ਦੇ ਗਵਰਨਰ ਦਾ। ਪੰਜਾਬ ਦਾ ਗਵਰਨਰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਵੀ ਹੁੰਦਾ, ਚੀਫ ਐਡਮਿਨਿਸਟ੍ਰੇਟਰ ਹੈ ਉਹ, ਤੇ ਇਹ ਦਰਜਾ ਹਰਿਆਣੇ ਦੇ ਗਵਰਨਰ ਕੋਲ ਨਹੀਂ ਹੈਗਾ। ਇਹ ਗੱਲ ਉਹ ਨਹੀਂ ਸਮਝੀ, ਉਹਨਾਂ ਨੇ ਇਸ ਗੱਲ ਦਾ ਵੀ ਮਿਹਣਾ ਦੇ ਦਿੱਤਾ। ਹੁਣ ਮਿਹਣੇ ਦੇਣ ਵਾਲੇ ਤਾਂ ਬਦੋ ਬਦੀ ਇੱਕ ਦੂਸਰਾ ਤੀਸਰਾ ਕਈ ਕਿਸਮ ਦੇ ਬਣਾਉਣਗੇ,
ਪਰ ਮੈਂ ਇਹ ਸਮਝਦਾ ਕਿ ਇਸ ਮੁੱਦੇ 'ਚੋਂ ਬਾਤ ਦਾ ਬਤੰਗੜ ਕਿਸੇ ਨੂੰ ਵੀ ਨਹੀਂ ਬਣਾਉਣਾ ਚਾਹੀਦਾ, ਨਾ ਹਰਿਆਣੇ ਵਾਲਿਆਂ ਨੂੰ। ਉਹਨਾਂ ਲਿਖਤੀ ਤੌਰ ਤੇ ਚਿੱਠੀ ਭੇਜਣੀ ਸੀ, ਭੇਜਤੀ ਹੈ। ਪ੍ਰੋਟੋਕੋਲ ਦਾ ਸਵਾਲ ਉਹਨਾਂ ਨੇ ਟੇਬਲ ਆਫ ਪ੍ਰੈਸੀਡੈਂਸ ਭੇਜ ਦਿੱਤਾ, ਉਹ ਅਸੀਂ ਵੀ ਪੜ੍ਹਿਆ ਹੋਇਆ, ਫਿਰ ਕੇਂਦਰ ਸਰਕਾਰ ਵੀ ਇੱਕ ਵਾਰੀ ਫਿਰ ਪੜ੍ਹ ਲਓ। ਪੜ੍ਹ ਕੇ ਉਹ ਫਿਰ ਇਹੋ ਦੱਸ ਦੇਣਗੇ ਕਿ ਹਰਿਆਣਾ ਜਿਹੜਾ ਉਹ ਚੰਡੀਗੜ੍ਹ ਨੂੰ ਆਪਣਾ ਪਾਰਟ ਨਹੀਂ ਮੰਨ ਸਕਦਾ। ਅਜੇ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਅਤੇ ਹਰਿਆਣੇ ਦੇ ਗਵਰਨਰ ਦਾ ਉਹ ਰਾਈਟ ਨਹੀਂ ਗਾ, ਜਿਹੜਾ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਦੇ ਤੌਰ ਤੇ ਚੀਫ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਪ੍ਰਸ਼ਾਸਕ ਹੈ ਉਹਦੇ ਤੌਰ ਤੇ ਪੰਜਾਬ ਦੇ ਗਵਰਨਰ ਦਾ। ਰਹਿ ਗਿਆ ਸਵਾਲ ਭਗਵੰਤ ਮਾਨ ਵਾਲਾ। ਇਸ ਮੁੱਦੇ ਦੇ ਉੱਤੇ ਕੁਝ ਦਿਨ ਬਿਆਨਬਾਜ਼ੀ ਹੁੰਦੀ ਰਹੇਗੀ, ਫਿਰ ਹੌਲੀ ਹੌਲੀ ਠੱਪ ਹੋ ਜਾਏਗੀ। ਪਰ ਇਹ ਮੁੱਦਾ ਇਸ ਤਰ੍ਹਾਂ ਦਾ ਹੈ ਨਹੀਂ ਜਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ। ਇਹ ਮੇਰੀ ਸਮਝ ਹੈ, ਬਾਕੀਆਂ ਦੀ ਸਮਝ ਕੀ ਹੈ, ਹਰ ਕੋਈ ਆਪੋ ਆਪਣੇ ਹਿਸਾਬ ਨਾਲ ਬੋਲੇਗਾ ਜੀ। ਅੱਛਾ ਪੰਨੂ ਸਾਹਿਬ, ਇੱਕ ਪਿੰਡਾਂ 'ਚ ਅਕਸਰ ਕਹਿੰਦੇ ਨੇ ਕਿ ਖਿੱਦੋ ਫਰੋਲਿਆਂ ਲੀਰਾਂ ਹੀ ਲੀਰਾਂ ਨਿਕਲਦੀਆਂ ਨੇ। ਇਹੋ ਜਿਹਾ ਕੁਝ ਹੁਣ AIG ਆਸ਼ੀਸ਼ ਕਪੂਰ ਦੇ ਮਾਮਲੇ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆ ਰਿਹਾ। ਆਪਾਂ ਦੇਖਦੇ ਹਾਂ ਪਿਛਲੇ ਦਿਨੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ, ਕਾਫੀ ਜਿਹੜੀ ਚਰਚਾ ਉਹਨਾਂ ਬਾਰੇ ਇਸ ਵੇਲੇ ਪੰਜਾਬ ਚੱਲ ਰਹੀ ਹੈ। ਅਤੇ ਹੁਣ ਬਹੁ ਕਰੋੜੀ ਜਿਹੜਾ ਸਿੰਚਾਈ ਘੁਟਾਲਾ ਹੋਇਆ ਉਹਦਾ ਵੀ ਕਿਤੇ ਨਾ ਕਿਤੇ ਤਾਰ ਜੁੜ ਰਹੀ ਹੈ। ਕੀ ਇਹਨਾਂ ਦਾ ਆਪਸੀ ਕੀ ਲਿੰਕ ਕੀ ਹੈ, ਕੀ ਅੰਤਰ ਸੰਬੰਧਿਤ ਨੇ ਇਹ ਦੋਨੋਂ ਖਬਰਾਂ? ਇਹਨੂੰ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ, ਕੀ ਕਹਿਣਾ ਚਾਹੋਗੇ? हिंदी ਦੇ व्यंग कवि सुरेंद्र शर्मा ने लिखा सी, क्या करें अब हम करप्शन भी करप्ट हो गई। ਉਹਨਾਂ ਨੂੰ ਪੁੱਛਿਆ ਗਿਆ ਕਿ ਕਰਪਸ਼ਨ ਤੇ ਕਰਪਸ਼ਨ ਹੈ, ਇਹ ਕੀ ਕਰਪਟ ਹੋਊ ਜੀ? ਉਹ ਕਹਿੰਦੇ ਕੀੜੇ ਮਾਰਨ ਵਾਲੀ ਦਵਾਈ ਲਿਆਂਦੀ ਸੀ, ਉਹਦੇ ਵਿੱਚ ਵੀ ਕੀੜੇ ਪੈ ਗਏ। ਜਿਹੜੀ ਦਵਾਈ ਕੀੜੇ ਮਾਰਨ ਲਈ ਲਿਆਂਦੀ ਉਹਦੇ ਵਿੱਚ ਕੀੜੇ ਪੈ ਗਏ ਉਦੋਂ ਆਖੀਦਾ ਜੀ ਜਦੋਂ ਕਰਪਟ ਬੰਦਿਆਂ ਨੂੰ, ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਫੜਨ ਵਾਸਤੇ ਵਿਜੀਲੈਂਸ ਜਿਹੜੀ ਹੈ ਉਹਦਾ ਅਫਸਰ ਖੁਦ ਕਰਪਟ ਹੋ ਜੇ ਜੀ। ਆਸ਼ੀਸ਼ ਕਪੂਰ ਜਿਹੜਾ ਇਹ ਪਿਛਲੀ ਕਾਂਗਰਸੀ ਸਰਕਾਰ ਵੇਲੇ ਵਿਜੀਲੈਂਸ ਦਾ AIG ਹੁੰਦਾ ਸੀ। ਇਹਦੇ ਕੋਲ ਕੇਸ ਆ ਗਿਆ ਸੀ ਸਿੰਜਾਈ ਮਹਿਕਮੇ ਦੇ ਉਸ ਵੱਡੇ ਘੁਟਾਲੇ ਦਾ ਜਿਹੜਾ 1000 ਕਰੋੜ ਰੁਪਏ ਦਾ ਸੀ। 1000 ਕਰੋੜ ਰੁਪਏ ਦੇ ਘਪਲੇ 'ਚ ਇਹਨੇ ਫਿਰ ਪੁੱਛ ਪੜਤਾਲ ਕੀਤੀ ਤੇ ਪਤਾ ਲੱਗਾ ਕਿ ਜਿਹੜੇ ਠੇਕੇਦਾਰਾਂ ਨੇ ਕਈ ਨਹਿਰਾਂ ਦਾ ਕੰਮ ਕੀਤਾ ਸੀ, ਲਗਭਗ 1000 ਕਰੋੜ ਰੁਪਏ ਦਾ ਘਪਲਾ ਕੀਤਾ ਸੀ, ਉਹਨਾਂ ਨੇ 3 ਸੀਨੀਅਰ IAS ਅਫਸਰਾਂ ਨੂੰ, ਵੱਡੇ ਅਫਸਰਾਂ ਨੂੰ, ਜਿਨ੍ਹਾਂ 'ਚੋਂ ਇੱਕ ਚੀਫ ਸੈਕਟਰੀ ਵੀ ਬਣ ਗਿਆ ਸੀ, ਉਹਨਾਂ ਨੂੰ 21 ਲੱਖ ਰੁਪਏ ਦਿੱਤੇ। ਇਹਦਾ ਮਤਲਬ 21 ਕਰੋੜ ਰੁਪਏ ਦਿੱਤੇ, ਇਹਦਾ ਮਤਲਬ 7 ਕਰੋੜ ਰੁਪਏ ਉਹਨਾਂ ਨੂੰ ਦਿੱਤੇ ਆ ਜੀ। ਉਹ ਕਿਉਂਕਿ ਉਹ ਕੰਮ ਉਦੋਂ ਆਇਆ ਸੀ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤੇ ਮੰਤਰੀਆਂ ਨੇ ਵੀ ਸੁੱਕੇ ਨਹੀਂ ਸੀ ਛੱਡਣੇ। ਇਸ ਕਰਕੇ 2 ਮੰਤਰੀਆਂ ਦਾ ਨਾਂ ਆਉਂਦਾ ਸੀ ਕਿ ਉਹਨਾਂ ਦੋਵਾਂ ਨੂੰ 10 ਕਰੋੜ ਰੁਪਏ ਦਿੱਤੇ ਗਏ, ਜਿਹੜੇ ਉਹਨਾਂ ਦੋਵਾਂ ਨੇ 5-5 ਕਰੋੜ ਰੁਪਏ ਵੰਡ ਲਿਆ। ਇਹ ਸਾਰੀ ਗੱਲ ਪ੍ਰੈਸ 'ਚ ਆਉਣ ਤੋਂ ਬਾਅਦ ਮੁੜ ਕੇ ਇੱਕਦਮ ਉਹ ਸਾਰੇ ਘਪਲੇ ਦੀ ਫਾਈਲ ਠੱਪ ਦਿੱਤੀ ਗਈ ਤੇ ਪਤਾ ਇਹ ਲੱਗਾ ਕਿ ਕਰਪਸ਼ਨ ਜਿਹੜੀ ਆ ਕਰਪਟ ਹੋ ਗਈ ਹੈ। ਕੀੜੇ ਮਾਰਨ ਵਾਲੀ ਦਵਾਈ 'ਚ ਕੀੜੇ ਪੈ ਗਏ ਆ। ਜਿਹੜੇ ਬੰਦੇ ਨੂੰ ਇਹਦੀ ਫਾਈਲ ਦਿੱਤੀ ਗਈ ਉਹਨੇ ਫਿਰ ਇਹਨਾਂ IAS ਅਫਸਰਾਂ ਤੋਂ ਵੀ ਪੁੱਛਗਿੱਛ ਕੀਤੀ, ਮੰਤਰੀਆਂ ਤੋਂ ਵੀ, ਸਭ ਤੋਂ, ਕਿਸੇ ਤੋਂ ਸਿੱਧੀ ਪੁੱਛਗਿੱਛ ਕੀਤੀ, ਕਿਸੇ ਤੋਂ ਪਰਦੇ ਦੇ ਪਿੱਛੇ ਪੁੱਛਗਿੱਛ ਕੀਤੀ, ਕਿਸੇ ਨੇ ਆਪਣੇ ਜਿਹੜੇ ਏਲਚੀ ਸੀ ਯਾਨੀ ਦੂਤ ਸੀ ਆਪਣੇ, ਉਹ ਬੰਦੇ ਪਿਆਦੇ ਭੇਜੇ, ਉਹਨਾਂ ਤੋਂ ਪੁੱਛਗਿੱਛ ਕੀਤੀ। ਤੇ ਗੱਲ ਵਿੱਚੋਂ ਸਾਰੀ ਇਹ ਸੀ ਕਿ ਫਾਈਲ ਤਾਂ ਹੁਣ ਮੇਰੇ ਕੋਲ ਹੈ ਨਾ, ਤੁਸੀਂ ਜਿਹੜੀ ਕਮਾਈ ਕਰਨੀ ਸੀ ਕਰ ਲਈ, ਇਹ ਹੁਣ ਕਮਾਈ ਕੀਤੀ ਆ ਤੇ ਉਸ ਕਮਾਈ ਦਾ ਦਸਵੰਧ ਕੱਢੋ। ਉਦੋਂ ਹੀ ਇਹ ਚਰਚਾ ਚੱਲ ਪਈ ਸੀ ਕਿ ਆਸ਼ੀਸ਼ ਕਪੂਰ ਨੇ ਆਖਿਆ ਕਿ ਫਾਈਲਾਂ ਠੱਪਣ ਦਾ ਜਿਹੜਾ ਮੇਰਾ ਬਣਦਾ ਹਿੱਸਾ ਉਹ ਵੀ ਕੱਢੋ। ਤੇ ਉਹਨਾਂ ਲੋਕਾਂ ਨੇ ਕੁਝ ਨਾ ਕੁਝ ਸਰਵਾਰਨਾ ਇਹਦਾ ਕਰਤਾ ਸੀ। ਇਹ ਸਰਵਾਰਨਾ ਕੀਤੇ ਜਾਣ ਤੋਂ ਬਾਅਦ ਉਹ ਫਾਈਲ ਠੱਪ ਦਿੱਤੀ ਗਈ ਤੇ ਜਿਹੜੇ ਅਫਸਰਾਂ ਦੇ ਤੇ ਜਿਹੜੇ ਸਾਬਕਾ ਮੰਤਰੀਆਂ ਦੇ ਨਾਂ ਆਉਂਦੇ ਸੀ ਉਹਨਾਂ ਨੇ ਇੱਕਦਮ ਕਹਿਣਾ ਸ਼ੁਰੂ ਕਰਤਾ ਘਪਲਾ ਤੇ ਹੋਇਆ ਹੀ ਕੋਈ ਨਹੀਂ, ਇਹ ਤਾਂ ਸਾਰਾ ਝੂਠਾ ਪ੍ਰਚਾਰ ਸੀ, ਇਹ ਤੇ ਕਾਂਗਰਸੀਆਂ ਨੇ ਐਵੇਂ ਸਾਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਈ ਸੀ। ਹੁਣ ਜਦੋਂ ਆਸ਼ੀਸ਼ ਕਪੂਰ ਫੜਿਆ ਗਿਆ, ਇਹਦੇ ਫੜੇ ਜਾਣ ਤੋਂ ਬਾਅਦ ਕਈ ਕਿੱਸੇ ਹੋਰ ਨਿਕਲਦੇ ਪਿਆ। ਅਜੇ ਤਾਂ ਤੁਸੀਂ ਸਿੰਜਾਈ ਘਪਲੇ ਦੀ ਗੱਲ ਕਰਦੇ ਹੋ। ਮੈਂ ਪਿਛਲੇ ਦਿਨੇ ਵੀ ਆਖਿਆ ਸੀ ਕਿ ਕੈਪਟਨ YS ਮਾਟਾ ਨੇ ਜਿਹੜਾ ਐਕਸਾਈਜ਼ ਮਹਿਕਮੇ ਦਾ ਘਪਲਾ ਕੱਢਿਆ ਹੋਇਆ ਤੇ ਜਿਹਦੀਆਂ ਫਾਈਲਾਂ ਦਾ ਥੱਬਾ ਉਹਦੇ ਕੋਲ ਵੀ ਆ, ਉਹਨੇ ਵਿਜੀਲੈਂਸ ਨੂੰ ਵੀ ਦਿੱਤਾ ਹੋਇਆ ਔਰ ਉਸ ਥੱਬੇ ਦੀ ਇੱਕ ਕਾਪੀ ਉਹਨੇ ਪੱਤਰਕਾਰਾਂ ਨੂੰ ਵੀ ਦਿੱਤੀ ਹੋਈ ਆ। ਉਹ ਘਪਲਾ ਜਿਹੜਾ 42,000 ਕਰੋੜ ਰੁਪਏ ਦਾ, ਉਹਦੀ ਪੁੱਛਗਿੱਛ ਵੀ ਇਸੇ ਬੰਦੇ ਕੋਲ ਸੀ ਜਿਹਨੇ ਕਰਪਸ਼ਨ ਨੂੰ ਕਰਪਟ ਕਰਕੇ ਵਿਖਾ ਦਿੱਤਾ ਸੀ। ਜਿਹੜਾ ਕੀੜੇ ਮਾਰ ਦਵਾਈ ਦੇ ਵਿੱਚ ਕੀੜਾ ਬਣ ਗਿਆ ਸੀ, ਉਹ ਵੀ ਸਾਰੀ ਫਾਈਲ ਇਹਦੇ ਕੋਲ ਸੀ। ਇਹਨੇ ਕੈਪਟਨ YS ਮਾਟਾ ਨੂੰ ਸੱਦ ਕੇ ਉਹਨੂੰ ਫੋਨ ਤੇ ਤਾਂ ਇਹ ਆਖਿਆ ਕਿ ਤੁਸੀਂ ਆ ਕੇ ਪੇਸ਼ ਹੋ, ਤੁਹਾਡੇ ਨਾਲ ਉਸ ਸਕੈਂਡਲ ਬਾਰੇ ਗੱਲ ਕਰਨੀ ਆ, ਜਿਹੜੇ ਤੁਹਾਡੇ ਕੋਲ ਸਬੂਤ ਹੈ ਉਹ ਲੈ ਕੇ ਆਇਓ। ਤੇ ਕੈਪਟਨ YS ਮਾਟਾ ਬੜੇ ਚਾਅ ਨਾਲ ਗਏ ਕਿ ਅੱਜ ਤਾਂ ਮੇਰੇ ਕੋਲ ਉਹਨਾਂ ਸਬੂਤ ਲੈਣੇ ਆ ਤੇ ਹੁਣ ਕੁਝ ਨਾ ਕੁਝ ਲੱਭੇਗਾ। ਜਦੋਂ ਉੱਥੇ ਗਏ ਤੇ ਕੋਈ ਸਬੂਤ ਬਾਤ ਨੇ ਫਾਈਲਾਂ ਪਾਸੇ ਰਹਿਣ ਦਿੱਤੀਆਂ। ਜਾਂਦਿਆਂ ਸਾਰੀ
ਕੈਪਟਨ ਮਾਟਾ ਨੂੰ ਪੈ ਗਿਆ, ਮੈਂ ਫੜ ਕੇ ਤੈਨੂੰ ਕਰ ਦੇਣਾ ਅੰਦਰ ਵੱਡਾ, ਤੂੰ ਸੱਚ ਪੁੱਤਰ ਬਣਿਆ ਫਿਰਦਾ, ਤੂੰ ਜਿਹੜੇ ਘੁਟਾਲੇ ਲੱਭਦਾ ਨਾ, ਤੇਰਾ ਮੈਨੂੰ ਪਤਾ। ਇੰਨੀ ਉਹਦੀ ਬੇਇੱਜ਼ਤੀ ਕੀਤੀ ਔਰ ਇਸ ਢੰਗ ਨਾਲ ਉਹਦੇ ਨਾਲ ਪੇਸ਼ ਆਇਆ ਜਿਵੇਂ ਉਹ ਕੋਈ ਬਹੁਤ ਵੱਡਾ ਆਦੀ ਮੁਜਰਮ ਹੁੰਦਾ। ਹਾਲਾਂਕਿ ਉਸ ਆਦਮੀ ਦਾ ਆਰਮੀ ਦਾ ਰਿਕਾਰਡ ਵੀ ਬਹੁਤ ਸਾਫ਼ ਸੀ। ਜਦੋਂ ਉਹਨੇ ਐਕਸਾਈਜ਼ ਐਂਡ ਟੈਕਸੇਸ਼ਨ ਦੀ ਨੌਕਰੀ ਕੀਤੀ ਉਹਦਾ ਰਿਕਾਰਡ ਵੀ ਸਾਫ਼ ਸੀ। ਉਹ ਵਿਸਲ ਬਲੋਅਰ ਸੀ ਜਿਹਨੇ ਆਖਿਆ ਸੀ ਪੰਜਾਬ ਦੇ ਖਜ਼ਾਨੇ ਨੂੰ ਕਿੱਥੇ ਕਿੱਥੇ ਸਿਉਂਕ ਲੱਗੀ ਆ, ਕਿੱਥੇ ਕਿੱਥੇ ਇਹਨੂੰ ਚੱਬਿਆ ਜਾ ਰਿਹਾ। ਪਰ ਉਹਦੇ ਨਾਲ ਜੋ ਕੁਝ ਆਸ਼ੀਸ਼ ਕਪੂਰ ਨੇ ਉਦੋਂ ਕੀਤਾ ਸੀ, ਜਾਂ ਉਹ ਜਾਣਦਾ ਜਾਂ ਉਹਦੇ ਨਾਲ ਦੇ ਹੋਰ ਇੱਕ ਦੋ ਬੰਦਿਆਂ ਨੂੰ ਪਤਾ, ਉਹ ਬਾਕੀਆਂ ਨੂੰ ਕੋਈ ਨਹੀਂ। ਹੁਣ ਜਦੋਂ ਆਸ਼ੀਸ਼ ਕਪੂਰ ਫੜਿਆ ਗਿਆ, ਇਹਦੇ ਫੜੇ ਜਾਣ ਤੋਂ ਬਾਅਦ ਇੱਕ ਖਬਰ ਤਾਂ ਇਹ ਆ ਗਈ ਆ ਕਿ ਉਸੇ ਵੇਲੇ ਹੀ ਸੰਜਾਈ ਘੁਟਾਲੇ ਦੀਆਂ ਫਾਈਲਾਂ ਵੀ ਦੁਬਾਰਾ ਖੁੱਲ੍ਹ ਗਈਆਂ ਜਾਂ ਖੁੱਲ੍ਹਣੀਆਂ ਪਈਆਂ, ਕਿਉਂਕਿ ਹੁਣ ਉਹ ਜਦੋਂ ਫੜਿਆ ਗਿਆ ਤੇ ਉਹਨੇ ਕਈ ਕੁਝ ਹੋਰ ਵੀ ਦੱਸਣਾ, ਉਹ ਫਾਈਲਾਂ ਵੀ ਖੁੱਲ੍ਹਣੀਆਂ ਪੈ ਗਈਆਂ ਨੇ। ਮੈਨੂੰ ਇਹ ਲੱਗਦਾ ਕਿ ਅਗਲਿਆਂ ਦਿਨਾਂ 'ਚ ਜਿਹੜੇ ਕੇਸ ਇਹਨੇ ਆਸ਼ੀਸ਼ ਕਪੂਰ ਨੇ ਡੀਲ ਕੀਤੇ ਸੀ, ਉਹ ਸਾਰੇ ਕੇਸਾਂ ਦੀਆਂ ਫਾਈਲਾਂ ਖੁੱਲ੍ਹਣਗੀਆਂ। ਜਿਹੜੇ ਕੇਸ ਵਿੱਚ ਨਿੱਜੀ ਤੌਰ 'ਤੇ ਫੜਿਆ ਗਿਆ, ਜਿਹਦੇ ਵਿੱਚ ਰਿਸ਼ਵਤ ਵੀ ਚੈੱਕ ਰਾਹੀਂ ਲੈਣ ਦੇਣ ਹੋਇਆ, ਉਹ ਮਾਮਲਾ ਵੱਖਰਾ ਰਹਿ ਜਾਣਾ। ਪਰ ਇਹਦੇ ਮਾਮਲੇ ਇੰਨੇ ਹੋ ਜਾਣਗੇ ਕਿ ਉਹ ਜਿਹੜਾ ਭੰਡਾਰ ਤੇ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ ਦੂਜੀ ਨੂੰ ਤਿਆਰ, ਅਗਲੇ 5-7 ਸਾਲ ਇਹਦੇ ਨਾਲ ਭੰਡਾਰ ਵਾਲੀ ਗੱਲ ਵੀ ਹੁੰਦੀ ਰਹਿ ਸਕਦੀ ਹੈ ਜੀ। ਚਲੋ ਬਿਲਕੁਲ ਠੀਕ ਹੈ ਪਨੂ ਸਾਹਿਬ ਹੁਣ ਤੁਹਾਨੂੰ ਲੈ ਕੇ ਜਾਣਾ ਜੀ ਸਿੱਧਾ ਗੁਜਰਾਤ, ਜਿੱਥੇ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੋਨੋਂ ਇਕੱਠੇ ਨੇ। ਸਟੇਜ ਦੇ ਉੱਤੇ ਇੱਕ ਵੱਡਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ। ਐਲਾਨ ਕੀ ਹੈ, ਉਸ ਤੋਂ ਬਾਅਦ ਤਰ੍ਹਾਂ ਦੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਇਹ ਪੂਰਾ ਖੋਲ ਕੇ ਸਮਝਾਇਓ ਕੀ ਕੁਝ ਕਹਿ ਰਹੇ ਨੇ ਕੇਜਰੀਵਾਲ ਸਾਹਿਬ। ਇਹ ਰਾਜਨੀਤੀ ਬੜੀ ਚੰਦਰੀ ਹੁੰਦੀ, ਜਦੋਂ ਵੋਟਾਂ ਦੇ ਉੱਤੇ ਅੱਖ ਟਿਕੀ ਹੋਵੇ ਬੰਦਾ ਫਿਰ ਅੱਗਾ ਪਿੱਛਾ ਨਹੀਂ ਵੇਖਦਾ। ਉਹ ਕਬੀਰ ਜੀ ਕਹਿ ਗਏ ਸੀਗੇ ਕਿ ਜਿੰਨੀ ਕੁ ਚਾਦਰ ਚੌੜੀ ਉਹਦੇ ਹਿਸਾਬ ਨਾਲ ਪੈਰ ਪਸਾਰਨੇ ਚਾਹੀਦੇ ਆ। ਪਰ ਇੱਥੇ ਪਿਛਲੇ ਸਮੇਂ 'ਚ ਇੱਕ ਰਿਵਾਜ ਪੈ ਗਿਆ ਕਿ ਚਾਦਰ ਪਾਟਦੀ ਤੇ ਪਾਟ ਜਾਣ ਦਿਓ, ਕੋਈ ਗੱਲ ਨਹੀਂ, ਲੀਰਾ ਲੰਗਾਰ ਵੀ ਉੱਤੇ ਰੱਖ ਕੇ ਤੇ ਭਰਮ ਪਾਲ ਲਵਾਂਗੇ, ਸਾਡੇ ਕੋਲ ਚਾਦਰ ਹੈਗੀ ਆ। ਜੋ ਕੁਝ ਵੰਡਣਾ ਬਸ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਹੀ ਰੰਬਾ ਰੱਖ, ਜਿਹੜਾ ਆਉਂਦਾ ਉਹਨੂੰ ਆਖੋ ਤੈਨੂੰ ਆਹ ਦੇ ਦਿਆਂਗੇ, ਤੈਨੂੰ ਆਹ ਦੇ ਦਿਆਂਗੇ ਤੇ ਤੈਨੂੰ ਆਹ ਦੇ ਦਿਆਂਗੇ। ਮੌਕਾ ਮਿਲੇ ਤੇ ਦੇ ਵੀ ਦਿਓ, ਕੀ ਫਰਕ ਪੈਂਦਾ, ਆਪਣੇ ਘਰੋਂ ਤਾਂ ਦੇਣਾ ਕੋਈ ਨਹੀਂ। ਵਾਅਦੇ ਤੇ ਵਾਅਦਾ ਕਰੀ ਜਾਓ, ਲਾਰੇ ਤੇ ਲਾਰਾ ਲਈ ਜਾਓ। ਜੇ ਕੋਈ ਆ ਗਿਆ ਮੌਕਾ ਇਹੋ ਜਿਹਾ ਤੇ ਬੁੱਕ ਭਰ ਕੇ ਵੰਡਣੇ ਵੀ ਸ਼ੁਰੂ ਕਰ ਦਿਓ। ਮੈਂ ਇਹ ਸਮਝਦਾ ਕਿ ਜਿਹੜਾ ਅੰਗਰੇਜ਼ੀ ਦਾ ਮੁਹਾਵਰਾ ਸੀਗਾ ਕਿ ਭੁੱਖੇ ਨੂੰ ਰੋਟੀ ਨਾ ਦਿਓ, ਮੱਛੀ ਨਾ ਦਿਓ ਖਾਣ ਵਾਸਤੇ, ਉਹਨੂੰ ਮੱਛੀ ਫੜਨ ਦੀ ਜਾਚ ਸਿਖਾਓ। ਅੱਜ ਤੁਸੀਂ ਮੱਛੀ ਦੇਤੀ, ਭਲਕੇ ਫਿਰ ਖਾਣ ਲਈ ਤੁਹਾਡੇ ਹੱਥਾਂ 'ਚ ਝਾਕੂਗਾ। ਪਰ ਜੇ ਤੁਸੀਂ ਮੱਛੀ ਫੜਨੀ ਸਿਖਾ ਦਿਓ ਤੇ ਉਹ ਦਰਿਆ 'ਚੋਂ ਮੱਛੀ ਫੜ ਕੇ ਆਪ ਭੁੰਨ ਕੇ ਖਾ ਲੂਗਾ। ਉਹਨੂੰ ਰੁਜ਼ਗਾਰ ਕਮਾਉਣ ਦੀ, ਉਹਦਾ ਪੇਟ ਪਾਲਣ ਦੇ ਸਾਧਨ ਬਣਾਉਣ ਦੀ ਜਾਚ ਸਿਖਾਓ। ਇਹ ਕੰਮ ਨਾ ਕਾਂਗਰਸੀਆਂ ਕੀਤਾ, ਨਾ ਭਾਜਪਾ ਨੇ ਕੀਤਾ, ਨਾ ਅਕਾਲੀਆਂ ਕੀਤਾ, ਨਾ ਜਨਤਾ ਦਲ ਨੇ ਕੀਤਾ, ਨਾ ਹੁਣ ਆਮ ਆਦਮੀ ਪਾਰਟੀ ਕਰਦੀ ਆ। ਸਾਰੇ ਦੇ ਸਾਰੇ ਉਹਨਾਂ ਨੂੰ ਇਹ ਕਹਿੰਦੇ ਤੁਹਾਨੂੰ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਰਾਸ਼ਨ ਪਾਣੀ ਤੁਹਾਨੂੰ ਫ੍ਰੀ ਕਰ ਦਿਆਂਗੇ, ਬਿਜਲੀ ਤੁਹਾਡੀ ਫ੍ਰੀ ਕਰ ਦਿਆਂਗੇ, ਸਾਰੇ ਕੰਮ ਤੁਹਾਡੇ ਫ੍ਰੀ ਕਰ ਦਿਆਂਗੇ। ਹੁਣ ਫਿਰ ਇੱਕ ਬੰਦਾ ਵੀ ਉਹਨਾਂ ਨੂੰ ਰੱਖ ਦਿਓ ਜਿਹੜਾ ਬੁਰਕੀ ਫੜ ਕੇ ਲੋਕਾਂ ਦੇ ਮੂੰਹ 'ਚ ਪਾ ਦਿਆ ਕਰੇ। ਇਹ ਕੰਮ ਜਿਹੜਾ ਸ਼ੁਰੂ ਕੀਤਾ, ਮੈਂ ਇਹਦੇ ਪੱਖ ਵਿੱਚ ਨਹੀਂ। ਔਰਤਾਂ ਵਾਸਤੇ ਬੱਸ ਕਿਰਾਇਆ ਮਾਫ ਹੈ, ਬਜ਼ੁਰਗਾਂ ਵਾਸਤੇ ਆਹ ਮਾਫ ਹੈ, ਉਹਦੇ ਵਾਸਤੇ ਉਹ ਮਾਫ ਹੈ, ਸਾਰੇ 'ਚ ਮਾਫ ਹੈ। ਅਗਲੀ ਗੱਲ ਹੁਣ ਇੱਥੇ ਪਹੁੰਚ ਗਈ ਆ ਕਿ ਜਿਹੜੇ ਤੁਸੀਂ ਪਾਪ ਕਰ ਲਏ ਆ, ਕਿਸੇ ਤਰ੍ਹਾਂ ਗਲਤੀ ਨਾਲ ਹੋ ਗਏ ਜਾਂ ਜਾਣਬੁੱਝ ਕੇ ਵੀ ਕੋਈ ਪੁੱਠਾ ਸਿੱਧਾ ਕੰਮ ਕੀਤਾ ਤੇ ਕੱਲ ਨੂੰ ਉੱਤੇ ਜਾ ਕੇ ਭੁਗਤਣਾ ਨਾ ਪਵੇ। ਜੇ ਤੁਸੀਂ ਤੀਰਥਾਂ ਤੇ ਜਾ ਕੇ ਭੁੱਲਾਂ ਇੱਥੇ ਰਹਿੰਦੀਆਂ ਬਖਸ਼ਾਉਣੀਆਂ ਚਾਹੁੰਦੇ ਆ ਤੇ ਹੁਣ ਤੀਰਥ ਯਾਤਰਾ ਵੀ ਸਰਕਾਰਾਂ ਕਰਵਾਇਆ ਕਰਨਗੀਆਂ। ਇਹ ਰਿਵਾਜ ਪਿਛਲੇ ਸਮੇਂ 'ਚ ਗਲਤ ਪੈ ਗਿਆ ਸੀ ਔਰ ਕੁਝ ਰਾਜਾਂ ਦੇ ਵਿੱਚ ਤੀਰਥ ਯਾਤਰਾ ਵਾਸਤੇ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ। ਉਹਨਾਂ 'ਚ ਸਾਡਾ ਪੰਜਾਬ ਵੀ ਹੈਗਾ ਸੀ ਔਰ ਉਹ ਸਭ ਥਾਵਾਂ ਦੇ ਉੱਤੇ ਇਹੋ ਸੀ ਕਿ ਤੁਸੀਂ ਜਾਓ ਗੱਡੀਆਂ ਭਰ ਕੇ, ਜਦੋਂ ਤੁਹਾਡੀ ਗੱਡੀ ਜਾਣੀ ਹੈ ਰਾਜ ਕਰਦੀ ਪਾਰਟੀ ਦੇ MLA ਤੇ ਮੰਤਰੀ ਤੇ MLA ਦੇ ਨਾਲ ਜਿਹੜੇ ਇੱਧਰ ਉੱਧਰ ਪਰਨਾ ਚੁੱਕ ਕੇ ਮੋਢੇ ਤੇ ਰੱਖ ਕੇ ਤੁਰਨ ਵਾਲੇ ਇਲਬਲੇ ਹੁੰਦੇ ਆ, ਉਹ ਵੀ ਸਾਰੇ ਖੜੇ ਹੋ ਜਾਣਗੇ ਤੇ ਝੰਡੀ ਦਿਆ ਕਰਨਗੇ। ਅੱਜ ਜੀ ਅਸੀਂ ਝੰਡੀ ਤੋਰੀ ਬਜ਼ੁਰਗਾਂ ਦੀ ਜਿਹੜੀ ਫਲਾਣੇ ਥਾਂ ਦੀ ਯਾਤਰਾ ਕਰਕੇ ਆਵੇਗੀ। ਉਹ ਸਾਰਾ ਜਿਹੜਾ ਯਾਤਰਾ ਦਾ ਰਿਵਾਜ ਪਿਆ ਸੀ, ਯਾਤਰਾ ਤੇ ਇਹ ਕਰਨ, ਇਹਨਾਂ ਦੇ ਨਾਲ ਡਾਕਟਰ ਵੀ ਭੇਜਿਆ ਜਾਵੇ, ਰਾਹ 'ਚ ਰੋਟੀ ਪਾਣੀ ਦਾ ਖਰਚਾ ਵੀ ਦਿੱਤਾ ਜਾਵੇ, ਪਰ ਉਹ ਖਰਚਾ ਰਾਜ ਦੇ ਖਜ਼ਾਨੇ ਤੇ ਪੈਂਦਾ ਰਹੇ। ਇਹ ਕੋਈ ਬਹੁਤੀ ਅਕਲਮੰਦੀ ਨਹੀਂ ਸੀ। ਪਰ ਜਿਨ੍ਹਾਂ ਨੇ ਇੱਥੇ ਪੰਜਾਬ 'ਚ ਨੁਕਤਾਚੀਨੀ ਕੀਤੀ ਸੀ, ਉਹਨਾਂ ਸਾਰਿਆਂ ਨੇ ਆਪੋ ਆਪਣੇ ਰਾਜਾਂ ਵਿੱਚ ਵੀ ਇਹ ਕੰਮ ਚਲਾਇਆ ਹੋਇਆ ਸੀ। ਖੁਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਵੱਲੋਂ ਜਾ ਕੇ ਗੁਜਰਾਤ 'ਚ ਨਾਅਰਾ ਦੇ ਦਿੱਤਾ, ਜੇ ਸਾਡੀ ਸਰਕਾਰ ਬਣ ਗਈ ਤੇ ਫਿਰ ਅਸੀਂ ਸਾਰਿਆਂ ਨੂੰ ਅਯੁੱਧਿਆ ਦੀ ਪਵਿੱਤਰ ਤੀਰਥ ਸਥਾਨ ਭਗਵਾਨ ਰਾਮ ਦਾ ਉੱਥੋਂ ਦੀ ਯਾਤਰਾ ਮੁਫਤ ਕਰਾਵਾਂਗੇ। ਵੀ ਜਿਨ੍ਹਾਂ ਨੇ ਯਾਤਰਾ ਕਰਨੀ ਆ ਧਾਰਮਿਕ ਪੱਖ ਤੋਂ, ਠੀਕ ਹੈ, ਤੁਸੀਂ ਸਰਕਾਰਾਂ ਕਰਾ ਦਿਓ, ਤੁਸੀਂ ਰੋਟੀ ਵੀ ਉਹਨਾਂ ਨੂੰ ਮੁਫਤ ਦੇ ਦਿਓ, ਰਾਸ਼ਨ ਦੇ ਕੋਟੇ ਉਹਨਾਂ ਦੇ ਲਾ ਦਿਓ, ਪੈਨਸ਼ਨਾਂ ਵੀ ਲਾ ਦਿਓ,
ਬੱਸਾਂ ਦੇ ਕਿਰਾਏ ਵੀ ਮਾਫ ਕਰ ਦਿਓ, ਬਿਜਲੀ ਵੀ ਮਾਫ ਕਰ ਦਿਓ। ਇਹ ਸਾਰਾ ਕੁਝ ਤੁਸੀਂ ਉਹਨਾਂ ਨੂੰ ਮਾਫ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਵੋਟਾਂ ਵਾਸਤੇ ਇੱਕ ਕਿਸਮ ਦਾ ਚਸਕਾ ਲਾ ਰਹੇ ਹੋ। ਪਰ ਜਿਹੜੇ ਲੋਕ ਨਾ ਕਿਤੇ ਬਾਹਰ ਜਾ ਸਕਦੇ ਆ, ਨਾ ਉਹਨਾਂ ਦੀ ਬਿਜਲੀ ਇੰਨੀ ਘੱਟ ਹੈ ਕਿ ਉਹ ਮਾਫ ਕੀਤੀ ਜਾ ਸਕੇ, ਜਿਹੜੇ ਲੋਕ ਇਮਾਨਦਾਰੀ ਨਾਲ ਟੈਕਸ ਦਿੰਦੇ ਆ ਔਰ ਮਿਹਨਤ ਕਰਦੇ ਆ, ਉਹਨਾਂ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਰੰਜ ਹੁੰਦਾ ਕਿ ਆ ਜੋ ਕੁਝ ਕੀਤਾ ਜਾ ਰਿਹਾ ਵੋਟਾਂ ਖਾਤਰ ਕੀਤਾ ਜਾ ਰਿਹਾ, ਇਹ ਸਰਕਾਰਾਂ ਕਰਦੀਆਂ ਜਮ ਕਰਨ, ਪਰ ਇਹ ਸਾਡੀ ਕੀਮਤ ਉੱਤੇ ਕਿਉਂ ਕੀਤਾ ਜਾ ਰਿਹਾ? ਮਰਦੇ ਅਸੀਂ ਆ, ਖਪਦੇ ਅਸੀਂ ਆ, ਇਹ 'ਚੋਂ ਬਾਕੀਆਂ ਨੂੰ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ? ਸਹੂਲਤਾਂ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਜਿਹੜੇ ਬਿਲਕੁਲ ਅੜੇ ਥੜੇ ਆ, ਜਿਹੜੇ ਬਿਲਕੁਲ ਗਰੀਬ ਹੈ, ਜਿਨ੍ਹਾਂ ਦੇ ਘਰ 300 ਯੂਨਿਟ ਤੋਂ ਵੀ ਘੱਟ ਬਿਜਲੀ ਬਲਦੀ ਆ। ਚਲੋ ਉਹਨਾਂ ਨੂੰ ਬਿਜਲੀ ਮਾਫ ਕਰਨੀ ਕਰ ਦਿੱਤੀ। ਤੁਸੀਂ ਛੋਟੇ ਕਿਸਾਨ ਜਿਹੜੇ ਆ, ਜਿਹੜਾ 5 ਕਿੱਲੇ ਵਾਲਾ 10 ਕਿੱਲੇ ਵਾਲਾ, ਉਹਦੀ ਬਿਜਲੀ ਮਾਫ ਕਰਨੀ ਕਰ ਦਿੱਤੀ। ਜਿਹਦੇ ਕੋਲ 500 ਏਕੜ ਪੈਲੀ ਆ ਤੇ ਉਹਦੇ ਖੇਤਾਂ 'ਚ 10 ਟਿਊਬਵੈੱਲ ਲੱਗੇ ਆ, ਉਹਦੀ ਬਿਜਲੀ ਵੀ ਮੁਫਤ ਕਰ ਦਿਓ। ਇਹਦੀ ਕੋਈ ਸੈਂਸ ਹੈ, ਇਹਦੀ ਕੋਈ ਦਲੀਲ ਉਹਦੀ ਕੋਈ ਬਣਦੀ ਹੈ? ਉਹਦੇ ਵਾਸਤੇ ਵੀ ਮੁਫਤ ਕਰ ਦਿਓ। ਇੱਦਾਂ ਦੀਆਂ ਜਿਹੜੀਆਂ ਸਹੂਲਤਾਂ ਨੇ, ਜਾਂ ਤੁਸੀਂ ਇਹ ਕਰ ਲਓ ਆਧਾਰ ਕਾਰਡ ਦੇ ਨਾਲ ਕਿ ਜਿਹੜੇ ਗਰੀਬ ਆ ਉਹਨਾਂ ਪਰਿਵਾਰਾਂ ਦੀਆਂ ਔਰਤਾਂ ਨੂੰ ਬੱਸਾਂ ਦਾ ਜਿਹੜਾ ਕਿਰਾਇਆ ਮਾਫ ਕਰ ਦਿਓ। ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਲਹਿਰਾਂ ਬਹਿਰਾਂ ਲੱਗੀਆਂ ਨੇ, ਉਹ ਬੱਚੇ ਉਹਨਾਂ ਦੇ ਅਫਸਰ ਨੇ ਜਾਂ ਵਿਦੇਸ਼ਾਂ ਵਿੱਚ ਬੈਠੇ ਕਮਾਈ ਕਰਦੇ ਨੇ, ਹਰ ਮਹੀਨੇ ਬੇਬੇ ਬਾਪੂ ਨੂੰ ਪੈਸੇ ਭੇਜਦੇ ਨੇ, ਉਹਨਾਂ ਦਾ ਵੀ ਕਿਰਾਇਆ ਮਾਫ ਕਰ ਦਿਓ। ਜਿਹੜਾ ਇਹ ਇੱਕੋ ਰਸਤੇ ਸਭ ਨੂੰ ਹਰ ਇੱਕ ਨੂੰ ਛੋਟਾਂ ਦੇਈ ਜਾਣੀਆਂ, ਰਾਸ਼ਨ ਡਿਪੂ ਦੇ ਮਾਮਲੇ 'ਚ ਅਸੀਂ ਪੰਜਾਬ 'ਚ ਵੀ ਵੇਖਿਆ, ਮਰਸਡੀਜ਼ ਕਾਰ ਦੇ ਉੱਤੇ, ਲਗਜ਼ਰੀ ਕਾਰਾਂ ਦੇ ਉੱਤੇ ਲੋਕੀ 2-3 ਰੁਪਏ ਕਿਲੋ ਵਾਲਾ ਜਿਹੜਾ ਰਾਸ਼ਨ ਆ ਉਹ ਲੈਣ ਵਾਸਤੇ ਜਾਂਦੇ, 2-2 ਕਿਲੋ ਲੈਣ ਵਾਸਤੇ ਜਾਂਦੇ ਆ। ਕੁਝ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਬਿਲਕੁਲ ਖਿਆਲ ਨਹੀਂ ਕੀਤਾ ਕਿ ਲੋਕ ਸਾਨੂੰ ਕੀ ਆਖਣਗੇ। ਸਰਕਾਰਾਂ ਵੀ ਜੇ ਹੁਣ ਇੰਨੀਆਂ ਛੋਟਾਂ ਦੇਣ ਲੱਗ ਪੈਣ, ਕੇਜਰੀਵਾਲ ਸਾਹਿਬ ਇਸ ਵੇਲੇ ਜਿਹੜੀਆਂ ਛੋਟਾਂ ਗੁਜਰਾਤ 'ਚ ਦੇ ਰਹੇ, ਮੈਂ ਉਹਨਾਂ ਸਹਿਮਤ ਨਹੀਂ। ਮੈਂ ਸਮਝਦਾ ਗਲਤ ਗੇਜ ਪਾਈ ਗਈ ਹੈ, ਗਲਤ ਲੋਕਾਂ ਨੂੰ ਚਸਕਾ ਲਾ ਦਿੱਤਾ ਗਿਆ। ਇਹ ਚਸਕਾ ਇੱਕ ਹੱਦ 'ਤੇ ਜਾ ਕੇ ਕਿਤੇ ਦੁਬਾਰਾ ਇਹਦੇ ਬਾਰੇ ਸੋਚਣਾ ਚਾਹੀਦਾ ਜੀ। ਬਿਲਕੁਲ ਠੀਕ ਹੈ ਪੰਨੂ ਸਾਹਿਬ, ਦੇਖਦੇ ਹਾਂ ਸੋਚਦੇ ਨੇ ਜਾਂ ਨਹੀਂ ਸੋਚਦੇ, ਪਰ ਇੱਕ ਜਿਹੜਾ ਵਿਅਕਤੀ ਬੜਾ ਚਰਚਾ ਦੇ ਵਿੱਚ ਹੈ, ਬੜੀ ਮਾਣਯੋਗ ਸ਼ਖਸੀਅਤ ਵੀ ਕਹਿ ਸਕਦੇ ਹਾਂ। ਪਿਛਲੇ ਸਮੇਂ ਦੌਰਾਨ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਪੂਰੀ ਭਾਜਪਾ ਦੇ ਖਿਲਾਫ ਹਿੱਕ ਡਾ ਕੇ ਖੜਿਆ ਸੀ ਇੱਕ ਬੰਦਾ, ਉਹ ਸੀ ਇਸ ਵੇਲੇ ਤਾਂ ਸਾਬਕਾ ਗਵਰਨਰ ਨੇ ਸਤਿਆਪਾਲ ਮਲਿਕ। ਉਹਨਾਂ ਦੇ ਜਦੋਂ ਉਹ ਜੰਮੂ ਕਸ਼ਮੀਰ ਦੇ ਵਿੱਚ ਗਵਰਨਰ ਹੁੰਦੇ ਸੀ ਤਾਂ ਇੱਕ ਚਿੱਠੀ ਉਹਨਾਂ ਨੇ ਰੋਕੀ ਸੀ ਤੇ ਕਿਹਾ ਸੀ ਕਿ 300 ਕਰੋੜ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਉਸ ਤੋਂ ਬਾਅਦ ਖੁਰਦਬੁਰਜੀ ਕਰ ਦਿੱਤੀ ਗਈ। ਹੁਣ CBI ਨੇ ਦੁਬਾਰਾ ਫਿਰ ਉਹਨਾਂ ਨੂੰ ਪੁੱਛਿਆ ਕਿ ਉਹ ਦੱਸੋ ਭਾਈ ਉਹ ਚਿੱਠੀ ਦਾ ਮਾਮਲਾ ਕੀ ਸੀ, ਇੰਨਾ ਸਮਾਂ ਇਹ ਚਿੱਠੀ ਦੱਬ ਕੇ ਕਿਉਂ ਰੱਖੀ ਗਈ? ਜੇ ਹੁਣ CBI ਨੇ ਬੁਲਾਇਆ ਹੈਗਾ ਜਾਂ ਪੁੱਛਗਿੱਛ ਕੀਤੀ ਹੈ ਤਾਂ ਇਹਦਾ ਕੀ ਅਰਥ ਕੱਢੀਏ, ਫਿਰ ਕੀ ਕੁਝ ਹੋਣ ਵਾਲਾ? ਦੇਖੋ, ਜਦੋਂ ਸਤਿਆਪਾਲ ਮਲਿਕ ਜੰਮੂ ਕਸ਼ਮੀਰ ਦੇ ਗਵਰਨਰ ਹੁੰਦੇ ਸੀ, ਉਹਨਾਂ ਨੇ 2 ਵਾਰੀ ਇਹ ਗੱਲ ਕਹਿ ਕੇ ਸਨਸਨੀ ਫੈਲਾਤੀ। ਪਹਿਲੀ ਵਾਰੀ ਤਾਂ ਇਹ ਕਿ ਇੱਕ ਬੰਦੇ ਬਾਰੇ ਮੇਰੇ ਸੈਕਟਰੀ ਨੇ ਆ ਕੇ ਆਖਿਆ ਜੀ ਆਹ ਕੇਸ ਇੱਦਾਂ ਦਾ, ਇਹ ਫਲਾਣੇ RSS ਦੇ ਬਹੁਤ ਸੀਨੀਅਰ ਲੀਡਰ ਦੇ ਬੰਦੇ ਆ ਤੇ ਫਾਈਲ ਕਰਨੀ ਆ। ਕਹਿੰਦਾ ਮੈਂ ਉਹਨੂੰ ਆਖਿਆ ਕੰਮ ਹੀ ਸਾਰਾ ਗਲਤ, ਮੈਂ ਤਾਂ ਨਹੀਂ ਕਰ ਸਕਦਾ। ਤੇ ਉਹਨੇ ਕਿਹਾ ਜੀ ਜਰਾ ਜਿੰਨਾ ਦਸਤਖਤ ਕਰਨ ਦੇ ਤੁਹਾਨੂੰ 150-200 ਕਰੋੜ ਆਰਾਮ ਨਾਲ ਮਿਲ ਜਾਣੇ ਆ। ਕਹਿੰਦਾ ਮੈਂ ਆਖਿਆ ਮੈਂ ਨਹੀਂ ਕਰਦਾ। ਦੂਸਰੀ ਫਾਈਲ ਉਹ ਕਹਿੰਦੇ ਇਸੇ ਤਰ੍ਹਾਂ ਦੀ ਲਿਆਂਦੀ ਗਈ। ਮੈਂ ਆਖਿਆ ਤੇ ਕੰਮ ਹੀ ਗਲਤ ਆ। ਕਹਿੰਦੇ ਜੀ ਪ੍ਰਧਾਨ ਮੰਤਰੀ ਜੀ ਦਾ ਬੰਦਾ। ਉਹ ਕਹਿੰਦੇ ਮੈਂ ਦਿੱਲੀ ਗਿਆ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਅੱਖ 'ਚ ਅੱਖ ਪਾ ਕੇ ਪੁੱਛਿਆ ਜੀ ਉਹ ਤੁਹਾਡਾ ਨਾਂ ਲੈਣ ਡਿਆ, ਜੇ ਤੁਹਾਡਾ ਬੰਦਾ ਹੈ ਤੇ ਸਿੱਧਾ ਮੈਨੂੰ ਦੱਸ ਦਿਓ। ਤੇ ਕਹਿੰਦਾ ਪ੍ਰਧਾਨ ਮੰਤਰੀ ਨੇ ਬਿਲਕੁਲ ਨਹੀਂ ਆਖਿਆ ਕਿ ਮੇਰਾ ਬੰਦਾ। ਮੈਂ ਆ ਕੇ ਫਾਈਲ ਰੋਕਤੀ। ਹੁਣ ਉਹ ਜਿਹੜੀ ਗੱਲ ਉਹਨੇ ਉਦੋਂ ਆਖੀ ਸੀ, ਉਦੋਂ ਦੀ ਕਿਸੇ ਨੇ ਕੋਈ ਇਨਕੁਆਇਰੀ ਨਹੀਂ ਕੀਤੀ। ਇਹ ਠੀਕ ਹੈ ਕਿ ਗਵਰਨਰ ਨੂੰ ਸੰਮਨ ਨਹੀਂ ਕੀਤਾ ਜਾ ਸਕਦਾ, ਇਹ ਠੀਕ ਹੈ ਕਿ ਗਵਰਨਰ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ, ਸੰਵਿਧਾਨਕ ਪੋਜੀਸ਼ਨ ਹੈ। ਪਰ ਗਵਰਨਰ ਹੁੰਦਿਆਂ ਉਹਦੇ ਕੋਲ CBI ਬੜੀ ਨਿਰਮਾਣਤਾ ਨਾਲ ਜਾ ਕੇ ਇਹ ਗੱਲ ਪੁੱਛ ਸਕਦੀ ਸੀ, ਗਵਰਨਰ ਸਾਹਿਬ ਅਸੀਂ ਜਾਣਨਾ ਚਾਹਾਂਗੇ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਕਿ ਉਹ ਕਿਹੜੇ ਬੰਦੇ ਸੀ, ਫਿਰ ਗਵਰਨਰ ਕੋਲ ਕਿਉਂ ਜਾਂਦੇ ਹੋ? ਤੁਸੀਂ ਉੱਥੇ ਜਾ ਕੇ ਉਹਨਾਂ ਅਫਸਰਾਂ ਨੂੰ ਪੁੱਛ ਲੈਂਦੇ ਜਿਹੜੇ ਫਾਈਲਾਂ ਗਵਰਨਰ ਦੇ ਅੱਗੇ ਪੁੱਟ ਕਰਨ ਵਾਲੇ ਸੀ ਕਿ ਤੁਸੀਂ ਕਿਹੜੀਆਂ ਫਾਈਲਾਂ ਪੇਸ਼ ਕੀਤੀਆਂ ਸੀ ਜਿਨ੍ਹਾਂ 'ਚ 300 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਉਦੋਂ ਕਿਸੇ ਨੇ ਨਹੀਂ ਕੀਤੀ। ਫਿਰ ਉਹ ਉੱਧਰ ਨਾਰਥ ਈਸਟ ਵਿੱਚ ਜਾ ਕੇ ਗਵਰਨਰ ਲੱਗ ਗਏ। ਪਰ ਕਿਉਂਕਿ ਲਗਾਤਾਰ ਜਿਹੜੀ ਸਰਕਾਰ ਨੇ ਗਵਰਨਰ ਲਾਇਆ ਸੀ ਉਸੇ ਸਰਕਾਰ ਦੇ ਖਿਲਾਫ ਬੋਲਦੇ ਰਹੇ ਸਨ, ਕਿਉਂਕਿ ਉਹਨਾਂ 2-3 ਵਾਰੀ ਇਹ ਵੀ ਆਖਿਆ ਸੀ ਕਿ ਜਿਹੜੀ ਗਵਰਨਰੀ ਆ ਇਹ ਮੇਰੇ ਵਾਸਤੇ ਟਕੇ ਦੀ ਚੀਜ਼ ਨਹੀਂ, ਕਿਸਾਨਾਂ ਦੀ ਖਾਤਰ ਲੋੜ ਪਵੇ ਮੈਂ ਅੱਜੋਂ ਛੱਡ ਸਕਦਾ। ਕਿਉਂਕਿ ਗਵਰਨਰ ਸਾਹਿਬ ਨੇ ਇਹ ਆਖਿਆ ਸੀ ਕਿ ਦਿੱਲੀ 'ਚ ਕੁੱਤਾ ਮਰ ਜਾਵੇ ਤੇ ਤੁਸੀਂ ਪਾਰਲੀਮੈਂਟ 'ਚ ਸ਼ੋਕ ਮਤਾ ਕਰਦੇ ਹੋ, 700 ਕਿਸਾਨ ਮਰ ਗਏ ਤੇ ਤੁਸੀਂ ਸ਼ੋਕ ਮਤਾ ਨਹੀਂ ਕੀਤਾ। ਉਹਨੇ ਕਿਉਂਕਿ ਇਹੋ ਜਿਹੀਆਂ ਅਣਸੁਖਾਵੀਆਂ ਗੱਲਾਂ ਕੀਤੀਆਂ ਸੀ ਜਿਹੜੀਆਂ ਸਰਕਾਰ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਇਸ ਕਰਕੇ ਇੱਦਾਂ ਲੱਗਦਾ ਕਿ ਉਹ ਉਡੀਕਦੇ ਪਏ ਸੀ ਜਦੋਂ ਉਹਨੇ ਗਵਰਨਰ ਦਾ ਅਹੁਦਾ ਛੱਡਿਆ ਤੇ ਉਸੇ ਵੇਲੇ ਉਹ ਕੇਂਦਰੀ ਏਜੰਸੀਆਂ ਜਿਹੜੀਆਂ ਹੋਰਨਾਂ ਲੋਕਾਂ ਦੇ ਮਗਰ ਲਾਈਆਂ ਜਾਂਦੀਆਂ, ਹੁਣ ਗਵਰਨਰ ਸਤਿਆਪਾਲ ਦੇ ਮਗਰ ਵੀ ਲਾਤੀਆਂ ਗਈਆਂ। ਸਾਬਕਾ ਗਵਰਨਰ ਸਤਿਆਪਾਲ ਮਲਿਕ ਨੂੰ ਜਿਸ ਤਰ੍ਹਾਂ ਸੱਦਿਆ ਗਿਆ, ਇਹਦਾ ਇਸ ਦੇਸ਼ ਦੇ ਲੋਕਾਂ ਦੇ ਉੱਤੇ ਚੰਗਾ ਅਸਰ ਨਹੀਂ ਜਾਣਾ, ਕੇਂਦਰ ਸਰਕਾਰ ਦੀ ਬਦਨਾਮੀ ਹੋਵੇਗੀ। ਜੀ,
ਪਨੂ ਸਾਹਿਬ, ਇੱਕ ਐਡਵਾਈਜ਼ਰੀ ਬੜੀ ਇਸ ਵੇਲੇ ਚਰਚਾ 'ਚ ਹੈ ਕਿ ਜੇ ਪੰਜਾਬ ਜਾਣਾ ਹੈ ਤਾਂ ਸੋਚ ਸਮਝ ਕੇ ਜਾਇਓ। ਇਹਦਾ ਕੀ ਕਾਰਨ ਹੈ? ਅਮਰੀਕਾ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ, ਕੀ ਖੌਫ ਕੀ ਹੈ ਪੰਜਾਬ ਦੇ ਵਿੱਚ? ਇਹ ਐਡਵਾਈਜ਼ਰੀ ਜਾਰੀ ਕਰਨ ਦਾ ਕਾਰਨ ਕੀ ਹੈ? ਇਹ ਇਕੱਲੀ ਪੰਜਾਬ ਬਾਰੇ ਨਹੀਂ, ਭਾਰਤ ਦੇ ਕਈ ਇਲਾਕਿਆਂ ਬਾਰੇ ਉਹਨਾਂ ਨੇ ਕੀਤੀ। ਇਲਾਕੇ ਵਿੱਚ ਮੈਂਸ਼ਨ ਕੀਤੇ ਹੋਏ ਆ ਕਿ ਫਲਾਣੇ ਇਲਾਕਿਆਂ 'ਚ ਹਾਲਾਤ ਚੰਗੇ ਨਹੀਂ। ਇਹਦੇ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਪਾਕਿਸਤਾਨ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਉੱਥੇ ਕਿਸੇ ਅਮਰੀਕੀ ਨਾਗਰਿਕ ਨੇ ਜਾਣਾ ਹੈ ਤੇ ਆਪਣਾ ਅੱਗਾ ਪਿੱਛਾ ਵਿਚਾਰ ਕੇ ਜਾਇਓ, ਹਾਲਾਤ ਪਾਕਿਸਤਾਨ ਦੇ ਬਹੁਤ ਮਾੜੇ ਹੁੰਦੇ ਪਏ ਆ। ਮਾੜੇ ਤਾਂ ਹੈਗੇ ਹੀ ਆ। ਕੱਲ੍ਹ ਦਾ ਇੱਕ ਮੰਤਰੀ ਜਾਂ ਮੰਤਰੀ ਦੇ ਕੁਝ ਰਿਸ਼ਤੇਦਾਰ ਹੈ ਜਿਹੜੇ ਅੱਤਵਾਦੀਆਂ ਦੇ ਕਬਜ਼ੇ 'ਚ ਨੇ ਪਾਕਿਸਤਾਨ 'ਚ, ਤੇ ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਨੂੰ ਵਾਹਣੀ ਪਾਇਆ ਪਿਆ ਕਿ ਸਾਡੇ ਬੰਦੇ ਛੱਡੋ, ਨਹੀਂ ਤੇ ਇਹਨੂੰ ਅਸੀਂ ਨਹੀਂ ਛੱਡਣਾ। ਉੱਥੇ ਹਾਲਾਤ ਵੱਖਰੇ ਨੇ। ਉਹਨਾਂ ਦੇ ਹਾਲਾਤ ਬਾਰੇ ਤਾਂ UN 'ਚ ਵੀ ਕਈ ਵਾਰੀ ਚਰਚਾ ਹੋਈ ਹੈ, ਪਰ ਭਾਰਤ ਵਿੱਚ ਇਹੋ ਜਿਹੇ ਹਾਲਾਤ ਅਜੇ ਤੱਕ ਬਿਲਕੁਲ ਨਹੀਂ ਬਣੇ ਕਿ ਇੱਥੇ ਕੋਈ ਇਸ ਤਰ੍ਹਾਂ ਦੀ ਲੁੱਟ ਖੋਹ, ਇਸ ਤਰ੍ਹਾਂ ਦੀ ਮਾਰਤਾੜ, ਇਸ ਤਰ੍ਹਾਂ ਦਾ ਅੱਤਵਾਦ ਹੋਵੇ ਕਿ ਉਹਦੇ ਬਾਰੇ UN 'ਚ ਚਰਚਾ ਕਰਨ ਦੀ ਲੋੜ ਪਈ ਹੋਵੇ। ਭਾਰਤ ਦੇ ਹਾਲਾਤ ਭਾਰਤ ਦੀ ਸਰਕਾਰ ਅਜੇ ਤੱਕ ਕੰਟਰੋਲ ਕਰ ਰਹੀ ਹੈ। ਸੂਬਿਆਂ ਵਿੱਚ ਵੀ ਆਮ ਤੌਰ ਤੇ ਕੰਟਰੋਲ ਹੇਠ ਹੈ। ਸਾਡੇ ਪੰਜਾਬ ਵਿੱਚ ਅਸੀਂ ਜਿੰਨਾ ਮਰਜ਼ੀ ਆਖੀ ਜਾਈਏ ਆਹ ਗੁੰਡਾਗਰਦੀ ਹੋ ਗਈ, ਉਹ ਹੋ ਗਈ, ਇਸ ਗੁੰਡਾਗਰਦੀ ਦੇ ਵਿੱਚ ਅਸੀਂ ਆਪਣੀ ਸਰਕਾਰ ਨੂੰ ਬਿਲਕੁਲ ਲਗਾਤਾਰ ਰੱਖਾਂਗੇ। ਭਗਵੰਤ ਮਾਨ ਤੇ ਉਹਦੀ ਸਰਕਾਰ ਕਰਦੀ ਕੀ ਆ, ਕੁਝ ਕਰੇ, ਇਹਨਾਂ ਸਾਰੇ ਨੂੰ ਕੋਈ ਨੱਥ ਪਾਵੇ। ਪਰ ਅੱਜ ਹੀ ਇੱਕ ਹੋਰ ਸੂਬੇ ਤੋਂ ਖਬਰ ਆਈ ਆ, ਜਿਹੜੇ ਸੂਬੇ ਦੇ ਵਿੱਚ ਲੁਟੇਰਿਆਂ ਨੇ ਇੱਕ ਮਾਈ ਦੀਆਂ ਚੂੜੀਆਂ ਲਾਉਣੀਆਂ ਸ਼ੁਰੂ ਕੀਤੀਆਂ, ਸੋਨੇ ਦੀਆਂ ਨਾ ਲੱਥੀਆਂ ਤੇ ਦੋਵੇਂ ਗੁੱਟ ਵੱਢ ਦਿੱਤੇ ਆ। ਇਹੋ ਜਿਹੀਆਂ ਘਟਨਾਵਾਂ ਦੂਸਰੇ ਸੂਬਿਆਂ 'ਚ ਪੰਜਾਬ ਤੋਂ ਵੱਧ ਹੁੰਦੀਆਂ ਪਈਆਂ ਨੇ, ਪੰਜਾਬ ਤੋਂ ਘੱਟ ਨਹੀਂ ਹੋ ਰਹੀਆਂ। ਉਹ ਆਪਣੀ ਥਾਂ ਨੇ। ਹੁਣ ਅਮਰੀਕਾ ਵਾਲੇ ਜੇ ਆਪਣੇ ਨਾਗਰਿਕਾਂ ਵਾਸਤੇ ਕੋਈ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਦੇ ਆ, ਭਾਰਤ ਸਰਕਾਰ ਨੂੰ ਉਹਦੇ ਬਾਰੇ 'ਚ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਐਡਵਾਈਜ਼ਰੀ ਠੀਕ ਹੈ ਕਿ ਨਹੀਂ ਠੀਕ? ਭਾਰਤ ਦੇ ਮਿੱਤਰਾਂ ਦੀ ਇੱਕ ਸੰਸਥਾ ਹੈਗੀ ਅਮਰੀਕਾ 'ਚ, ਜਿਨ੍ਹਾਂ ਨੇ ਆਖਿਆ ਇਹ ਐਡਵਾਈਜ਼ਰੀ ਜਾਰੀ ਨਹੀਂ ਸੀ ਕਰਨੀ ਚਾਹੀਦੀ। ਪਰ ਮੈਂ ਸਮਝਦਾ ਅਮਰੀਕਾ ਸੋਵਰਨ ਕੰਟਰੀ ਆ, ਦੁਨੀਆ ਦੀ ਆਪਣੇ ਆਪ ਨੂੰ ਸੁਪਰ ਪਾਵਰ ਸਮਝਦਾ, ਉਹ ਤੇ ਆਪਣੇ ਆਪ ਨੂੰ ਸਾਰੀ ਦੁਨੀਆ ਦੀ ਕਲਾਸ ਦਾ ਮੋਨੀਟਰ ਸਮਝਦਾ, ਜੋ ਮਰਜ਼ੀ ਐਡਵਾਈਜ਼ਰੀਆਂ ਜਾਰੀ ਕਰ ਸਕਦਾ, ਕਿਸੇ ਵੀ ਦੇਸ਼ ਬਾਰੇ ਕਰ ਸਕਦਾ। ਉਹਨੇ ਕਈ ਦੇਸ਼ਾਂ ਬਾਰੇ ਕੀਤੀਆਂ, ਸਾਡਾ ਦੇਸ਼ ਵੀ ਕਈਆਂ ਬਾਰੇ ਕਰਦਾ। ਪਰ ਇਸ ਐਡਵਾਈਜ਼ਰੀ ਬਾਰੇ ਸੱਚਾਈ ਕੀ ਆ ਜਾਂ ਭਾਰਤ ਦਾ ਪੱਖ ਕੀ ਆ, ਇਹ ਬਿਨਾਂ ਕਿਸੇ ਦੇਰੀ ਤੋਂ ਭਾਰਤ ਨੂੰ ਜਾਰੀ ਕਰਨਾ ਚਾਹੀਦਾ। ਮੇਰਾ ਖਿਆਲ ਹੁਣ ਤੱਕ ਹੋ ਵੀ ਗਿਆ ਹੋਵੇਗਾ, ਤੇ ਜੋ ਵੀ ਹੋਵੇ ਉਹਦੇ 'ਚ ਅਸਲ ਪੋਜੀਸ਼ਨ ਦੁਨੀਆ ਸਾਹਮਣੇ ਰੱਖਣੀ ਚਾਹੀਦੀ। ਅਸੀਂ ਅਮਰੀਕਾ ਨੂੰ ਜਵਾਬ ਦੇ ਨਹੀਂ ਗਏ, ਪਰ ਸੰਸਾਰ ਦੀ ਸੱਥ ਨੂੰ ਅਸੀਂ ਜਵਾਬ ਦੇ ਹਾਂ। ਸੰਸਾਰ ਸਾਹਮਣੇ ਭਾਰਤ ਦਾ ਅਕਸ ਠੀਕ ਰਹਿਣਾ ਚਾਹੀਦਾ। ਜੀ ਪਨੂ ਸਾਹਿਬ, ਤੁਸੀਂ ਆਏ, ਖਬਰਾਂ ਤੇ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਜੀ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ ਜੀ। ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਤੇ ਜੇ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ YouTube ਤੇ ਦੇਖ ਰਹੇ ਹੋ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਜਿਹੜਾ ਸ਼ੇਅਰ ਉਹ ਕਰਿਆ ਕਰੋ ਤੇ ਲਾਈਕ ਵਾਲਾ ਬਟਨ ਜ਼ਰੂਰ ਦਬ ਦਿਆ ਕਰੋ। ਜੇ ਇਸ ਪ੍ਰੋਗਰਾਮ ਮੁਤਲਕ ਤੁਹਾਡਾ ਕੋਈ ਸਵਾਲ ਹੁੰਦਾ ਤਾਂ ਜ਼ਰੂਰ ਜਿਹੜਾ ਟਿੱਪਣੀ ਦੇ ਰੂਪ ਦੇ ਵਿੱਚ ਕਰ ਲਿਆ ਕਰੋ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।